ਹੈਲੋ एवरीवन, मैं रजनी ਤੁਹਾਡੀ ਸਾਇੰਸ ਟੀਚਰ ਵੈਲਕਮ ਕਰਦੀ ਹਾਂ। ਤੁਹਾਡੀ ਸਾਇੰਸ ਦੀ ਕਲਾਸ ਦੇ ਵਿੱਚ ਆਪਾਂ ਕਲਾਸ 8 ਦਾ ਚੈਪਟਰ ਨੰਬਰ 4 ਸਟਾਰਟ ਕੀਤਾ ਹੋਇਆ ਵਾ। ਲਾਸਟ ਵੀਡੀਓ ਦੇ ਵਿੱਚ ਆਪਾਂ ਮੈਟਲਸ ਐਂਡ ਨੌਨ ਮੈਟਲਸ ਦੀਆਂ ਫਿਜ਼ੀਕਲ ਪ੍ਰੋਪਰਟੀਜ਼ ਡਿਸਕਸ ਕੀਤੀਆਂ ਸੀਗੀਆਂ। ਅੱਜ ਦਾ ਆਪਣਾ ਟੌਪਿਕ ਆ ਕੈਮੀਕਲ ਪ੍ਰੋਪਰਟੀਜ਼। ਤਾਂ ਅੱਜ ਆਪਾਂ ਕੀ ਡਿਸਕਸ ਕਰਾਂਗੇ, ਮੈਟਲ ਐਂਡ ਨੌਨ ਮੈਟਲਸ ਦੀਆਂ ਕੈਮੀਕਲ ਪ੍ਰੋਪਰਟੀਜ਼, ਧਾਤਾਂ ਅਤੇ ਅਧਾਤਾਂ ਦੇ ਰਸਾਇਣਿਕ ਗੁਣ। ਕੈਮੀਕਲ ਪ੍ਰੋਪਰਟੀਜ਼ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਰਿਐਕਸ਼ਨ ਵਿਥ ਆਕਸੀਜਨ, ਕਿ ਜਿਹੜੀਆਂ ਧਾਤਾਂ ਵਾ ਅਧਾਤਾਂ ਵਾ ਉਹ ਆਕਸੀਜਨ ਦੇ ਨਾਲ ਕਿਵੇਂ ਕਿਰਿਆ ਕਰਦੀਆਂ। ਸੈਕਿੰਡ, ਰਿਐਕਸ਼ਨ ਵਿਥ ਵਾਟਰ, ਪਾਣੀ ਦੇ ਨਾਲ ਕਿਵੇਂ ਕਿਰਿਆ ਕਰਦੀਆਂ। ਥਰਡ, ਰਿਐਕਸ਼ਨ ਵਿਥ ਐਸਿਡ, ਤੇਜ਼ਾਬਾਂ ਦੇ ਨਾਲ ਕਿਵੇਂ ਕਿਰਿਆ ਕਰਦੀਆਂ ਵਾ। ਫੋਰਥ, ਰਿਐਕਸ਼ਨ ਵਿਥ ਬੇਸਿਸ, ਖਾਰਾਂ ਦੇ ਨਾਲ ਕਿਵੇਂ ਕਿਰਿਆ ਕਰਦੀਆਂ ਵਾ। ਫਿਫਥ, ਡਿਸਪਲੇਸਮੈਂਟ ਰਿਐਕਸ਼ਨਸ, ਵਿਸਥਾਪਨ ਕਿਰਿਆਵਾਂ। ਤਾਂ ਅੱਜ ਆਪਾਂ ਕੀ ਡਿਸਕਸ ਕਰਨਾ ਵਾ, ਧਾਤਾਂ ਅਤੇ ਅਧਾਤਾਂ ਦੀਆਂ ਕਿਰਿਆਵਾਂ ਕਰਨੀਆਂ ਵਾ। ਕਿਹਦੇ ਨਾਲ। ਫਸਟ, ਆਕਸੀਜਨ, ਵਾਟਰ, ਐਸਿਡ, ਬੇਸ ਐਂਡ डिस्प्लेसमेंट रिएक्शंस। एक बार फिर रीड करते हैं, रिएक्शन विद ऑक्सीजन, रिएक्शन विद वाटर, रिएक्शन विद एसिड, रिएक्शन विद बेस एंड डिस्प्लेसमेंट रिएक्शंस। तो वन बाय वन आप ये सारियां डिस्कस करांगे। फर्स्ट आ रिएक्शन विद ऑक्सीजन, ऑक्सीजन नाल प्रतिक्रिया। तो ऑक्सीजन दे नाल किद्दां रिएक्शन करदियां वा। सब तो पहला आप मैटल्स की गल करांगे, धातां की गल करांगे। धातां किहड़ियां वा पिछले वीडियो दे विच भी आपां कीतियां सी, आयरन, मैगनीशियम, कॉपर, ये सारियां की आ धातां वा। तां किवें रिएक्शन करदियां वा। अपने एटमोसफेयर दे विच ऑक्सीजन हुंदी आ, तां ऑक्सीजन दे नाल धातां रिएक्ट करके ऑक्साइड बनाउंदियां वा। फॉर एग्जाम्पल ਆਪਾਂ ਆਇਰਨ ਦੀ ਰੈਸਟਿੰਗ ਪੜ੍ਹੀ ਸੀ ਕਿ ਆਇਰਨ ਆ ਜਿਹੜਾ ਲੋਹਾ ਵਾ ਉਹਨੂੰ ਜੰਗਾਲ ਲੱਗ ਜਾਂਦਾ ਵਾ ਆਕਸੀਜਨ ਨਾਲ ਕਿਰਿਆ ਕਰਕੇ, ਤਾਂ ਉਹਦੀ ਰੈਸਟਿੰਗ ਹੋ ਜਾਂਦੀ ਆ ਕਿਉਂਕਿ ਆਇਰਨ ਦਾ ਆਕਸਾਈਡ ਬਣ ਜਾਂਦਾ ਵਾ। ਸਿਮਿਲਰਲੀ ਮੈਗਨੀਸ਼ੀਅਮ ਆ, ਮੈਗਨੀਸ਼ੀਅਮ ਆਕਸੀਜਨ ਦੇ ਨਾਲ ਕਿਰਿਆ ਕਰਕੇ ਮੈਗਨੀਸ਼ੀਅਮ ਆਕਸਾਈਡ ਬਣਾ ਦਿੰਦਾ। ਤਾਂ ਆਪਾਂ ਲਿਖਾਂਗੇ ਮੈਗਨੀਸ਼ੀਅਮ ਪਲੱਸ ਆਕਸੀਜਨ ਗਿਵਸ ਅਸ ਮੈਗਨੀਸ਼ੀਅਮ ਆਕਸਾਈਡ। ਐਕਚੁਅਲੀ ਇਹ ਹੁੰਦਾ ਕਿਵੇਂ ਆ, ਮੈਗਨੀਸ਼ੀਅਮ ਦਾ ਰਿਬਨ ਹੁੰਦਾ ਵਾ, ਆਪਾਂ ਉਹਨੂੰ ਬਰਨ ਕਰਨਾ ਹੁੰਦਾ ਆਕਸੀਜਨ ਦੀ ਪ੍ਰੈਜ਼ੈਂਸ ਦੇ ਵਿੱਚ। ਮਤਲਬ ਕਿ ਮੈਗਨੀਸ਼ੀਅਮ ਦੇ ਰਿਬਨ ਨੂੰ ਆਪਾਂ ਜਲਾਵਾਂਗੇ, ਉਹਨੂੰ ਬਰਨ ਕਰਾਂਗੇ ਏਅਰ ਦੀ ਪ੍ਰੈਜ਼ੈਂਸ ਦੇ ਵਿੱਚ। ਮਤਲਬ ਕਿ ਏਅਰ ਦੇ ਵਿੱਚ ਆਕਸੀਜਨ ਤਾਂ ਹੁੰਦੀ ਆ, ਤਾਂ ਇਹਦਾ ਮਤਲਬ ਮੈਗਨੀਸ਼ੀਅਮ ਦੇ ਰਿਬਨ ਨੂੰ ਆਪਾਂ ਜਦੋਂ ਆਕਸੀਜਨ ਦੀ ਪ੍ਰੈਜ਼ੈਂਸ ਦੇ ਵਿੱਚ ਉਹਨੂੰ ਬਰਨ ਕਰਾਂਗੇ ਤਾਂ ਮੈਗਨੀਸ਼ੀਅਮ ਆਕਸਾਈਡ ਬਣ ਜਾਂਦਾ, ਇੱਕ ਵਾਈਟ ਕਲਰ ਦਾ ਪਾਊਡਰ ਬਣ ਜਾਂਦਾ ਵਾ। ਤਾਂ ਇਹਦਾ ਮਤਲਬ ਕੀ ਆ ਕਿ ਜਿਹੜੀ ਮੈਟਲ ਆ ਉਹਨੇ ਆਕਸੀਜਨ ਦੇ ਨਾਲ ਰਿਐਕਸ਼ਨ ਕਰਕੇ ਕੀ ਬਣਾਤਾ, ਮੈਗਨੀਸ਼ੀਅਮ ਆਕਸਾਈਡ ਬਣਾਤਾ। ਇੱਦਾਂ ਹੀ ਬਾਕੀ ਮੈਟਲਸ ਆ ਜਿਹੜੀਆਂ, ਬਾਕੀ ਧਾਤਾਂ ਵਾ, ਉਹ ਵੀ ਆਕਸੀਜਨ ਦੇ ਨਾਲ ਕਿਰਿਆ ਕਰਕੇ ਕੀ ਬਣਾ ਦਿੰਦੀਆਂ ਵਾ, ਆਕਸਾਈਡ ਬਣਾ ਦਿੰਦੀਆਂ ਵਾ ਮੈਟਲਸ ਦੇ। ਤਾਂ ਹੁਣ ਆਪਾਂ ਦੇਖਣਾ ਕਿ ਜਿਹੜਾ ਇਹ ਮੈਟਲ ਆ ਉਹਨੇ ਆਕਸਾਈਡ ਬਣਾਇਆ ਜੋ ਉਹ ਐਸਿਡਿਕ ਨੇਚਰ ਦੇ ਵਿੱਚ ਹੁੰਦਾ ਜਾਂ ਫਿਰ ਬੇਸਿਕ, ਉਹ ਤੇਜ਼ਾਬੀ ਹੁੰਦਾ ਵਾ ਜਾਂ ਫਿਰ ਖਾਰਾ ਹੁੰਦਾ ਵਾ। ਤਾਂ ਉਹ ਆਪਾਂ ਕਿੱਦਾਂ ਦੇਖਾਂਗੇ। ਤੁਸੀਂ ਸਾਰਿਆਂ ਨੇ ਲਿਟਮਸ ਪੇਪਰ ਬਾਰੇ ਸੁਣਿਆ ਹੋਵੇਗਾ ਕਿ ਲਿਟਮਸ ਪੇਪਰ ਕੀ ਆਪਣੇ ਕੋਲੇ ਜਾਂ ਲਿਟਮਸ ਸੋਲਿਊਸ਼ਨ, ਕਿ ਜੋ ਆਪਾਂ ਨੂੰ ਕਿਸੇ ਵੀ ਸੋਲਿਊਸ਼ਨ ਦਾ ਐਸਿਡਿਕ ਔਰ ਬੇਸਿਕ ਕਰੈਕਟਰ ਦੱਸਦਾ ਵਾ, ਕਿ ਜੋ ਆਪਣੇ ਕੋਲੇ ਸੋਲਿਊਸ਼ਨ ਆ ਉਹ ਐਸਿਡਿਕ ਨੇਚਰ ਆ ਜਾਂ ਫਿਰ ਉਹਦਾ ਬੇਸਿਕ ਨੇਚਰ ਆ। ਤਾਂ ਆਪਾਂ ਕਿੱਦਾਂ ਦੇਖਾਂਗੇ। ਅਗਰ ਆਪਣੇ ਕੋਲੇ ਰੈੱਡ ਲਿਟਮਸ ਪੇਪਰ ਆ, ਲਿਟਮਸ ਕਿਹੜਾ ਵਾ, ਰੈੱਡ, ਅਗਰ ਉਹਦਾ ਕਲਰ ਬਲੂ ਦੇ ਵਿੱਚ ਚੇਂਜ ਹੁੰਦਾ ਵਾ ਤਾਂ ਉਹ ਕੀ ਹੋਵੇਗਾ, ਬੇਸਿਕ, ਉਹ ਕੀ ਹੋਵੇਗਾ, ਖਾਰਾ ਹੋਵੇਗਾ। ਤਾਂ ਜਿਹੜੇ ਧਾਤਾਂ ਦੇ ਆਕਸਾਈਡ ਹੁੰਦੇ ਆ, ਜਦੋਂ ਆਪਾਂ ਉਹਨਾਂ ਨੂੰ ਲਿਟਮਸ ਦੇ ਨਾਲ ਰਿਐਕਟ ਕਰਾਉਂਦੇ ਆ, ਲਿਟਮਸ ਦੇ ਨਾਲ ਚੈੱਕ ਕਰਦੇ ਆ, ਤਾਂ ਉਹਨਾਂ ਦਾ ਜਿਹੜਾ ਰੈੱਡ ਲਿਟਮਸ ਆ ਉਹ ਬਲੂ ਦੇ ਵਿੱਚ ਕਨਵਰਟ ਹੋ ਜਾਂਦਾ। ਬਲੂ ਤਾਂ ਬਲੂ ਹੀ ਰਹੇਗਾ, ਬਟ ਜਿਹੜਾ ਰੈੱਡ ਲਿਟਮਸ ਆ ਉਹ ਕਾਹਦੇ ਵਿੱਚ ਕਨਵਰਟ ਹੋ ਜਾਂਦਾ ਵਾ, ਬਲੂ ਲਿਟਮਸ ਦੇ ਵਿੱਚ। ਲਾਲ ਲਿਟਮਸ ਨੀਲੇ ਲਿਟਮਸ ਦੇ ਵਿੱਚ ਕਨਵਰਟ ਹੋ ਜਾਂਦਾ ਵਾ। ਤਾਂ ਇੱਥੋਂ ਆਪਾਂ ਨੂੰ ਕੀ ਪਤਾ ਲੱਗਦਾ ਕਿ ਜਿਹੜੀਆਂ ਧਾਤਾਂ ਦੇ ਆਕਸਾਈਡ ਹੁੰਦੇ ਆ ਉਹ ਕੀ ਹੁੰਦੇ ਆ, ਖਾਰੇ ਹੁੰਦੇ ਆ। ਤੁਸੀਂ ਯਾਦ ਰੱਖਣ ਦੇ ਲਈ ਬੀ ਫॉर ਬਲੂ, ਐਂਡ ਰਿਜ਼ਲਟ ਕੀ ਆਇਆ, ਬਲੂ, ਤਾਂ ਇਟ ਮੀਨਸ ਇਹ ਕੀ ਆ, ਬੇਸ। ਬੀ ਫॉर ਬਲੂ, ਬੀ ਫॉर ਬੇਸ, ਕਨਫਿਊਜ਼ ਨਹੀਂ ਹੋਣਾ। ਆਪਾਂ ਲਾਸਟ ਰਿਜ਼ਲਟ ਦੇਖਣਾ ਵਾ कि रैड तो बनया की है ब्लू एंड रिजल्ट क्या आया ब्लू, इट मीनस ये की होगा बेस।
ਤਾਂ ਮੈਟਲ ਦੇ ਆਕਸਾਈਡ ਕੀ ਹੁੰਦੇ ਆ, ਬੇਸਿਕ ਇਨ ਨੇਚਰ। ਧਾਤਾਂ ਦੇ ਆਕਸਾਈਡ ਕੀ ਹੁੰਦੇ ਆ, ਖਾਰੇ ਹੁੰਦੇ ਆ। ਨੈਕਸਟ ਆ ਰਿਐਕਸ਼ਨ ਆਫ ਨੋਨ ਮੈਟਲ ਵਿਦ ਆਕਸੀਜਨ। ਪਹਿਲਾਂ ਆਪਾਂ ਮੈਟਲਸ ਦੀ ਰਿਐਕਸ਼ਨ ਕੀਤੀ ਆਕਸੀਜਨ ਦੇ ਨਾਲ, ਹੁਣ ਕਾਹਦੀ ਰਿਐਕਸ਼ਨ ਆ, ਨੋਨ ਮੈਟਲ ਦੀ ਰਿਐਕਸ਼ਨ ਆਕਸੀਜਨ ਦੇ ਨਾਲ। ਨੋਨ ਮੈਟਲਸ ਦਾ ਮਤਲਬ ਧਾਤਾਂ ਕਿਹੜੀਆਂ ਕਿਹੜੀਆਂ ਧਾਤਾਂ ਆਪਾਂ ਡਿਸਕਸ ਕੀਤੀਆਂ ਸੀ, ਫਾਸਫੋਰਸ, ਸਲਫਰ, ਇਹ ਕੀ ਆ ਧਾਤਾਂ। ਤਾਂ ਇਹ ਆਕਸੀਜਨ ਦੇ ਨਾਲ ਕਿਵੇਂ ਕਿਰਿਆ ਕਰਦੀਆਂ ਵਾ, ਇਹ ਵੀ ਆਕਸੀਜਨ ਨਾਲ ਕਿਰਿਆ ਕਰਕੇ ਆਕਸਾਈਡ ਬਣਾਉਣਗੀਆਂ। ਫੋਰ ਐਗਜ਼ਾਮਪਲ ਸਲਫਰ ਨੇ ਆਕਸੀਜਨ ਨਾਲ ਕਿਰਿਆ ਕੀਤੀ ਤਾਂ ਕੀ ਬਣ ਗਿਆ, ਸਲਫਰ ਡਾਈਆਕਸਾਈਡ। ਤਾਂ ਜਿਹੜੀ ਨੋਨ ਮੈਟਲ ਆ ਧਾਤ ਆ ਸਲਫਰ, ਉਹ ਵੀ ਜਦੋਂ ਆਕਸੀਜਨ ਦੇ ਨਾਲ ਕਿਰਿਆ ਕਰਦੀ ਆ ਤਾਂ ਸਲਫਰ ਡਾਈਆਕਸਾਈਡ ਬਣਾ ਦਿੰਦੀ ਆ। ਸਲਫਰ ਡਾਈਆਕਸਾਈਡ ਕੀ ਆ, ਐਜ਼ ਅ ਗੈਸ ਵੀ ਆਪਾਂ ਯੂਜ਼ ਕਰਦੇ ਹਾਂ। ਸਲਫਰ ਡਾਈਆਕਸਾਈਡ ਹੁਣ ਆਪਾਂ ਇਹ ਦੇਖਣਾ ਵਾ ਕਿ ਇਹ ਐਸਿਡਿਕ ਆ ਜਾਂ ਫਿਰ ਬੇਸਿਕ ਆ। ਧਾਤਾਂ ਦੇ ਆਕਸਾਈਡ ਕੀ ਸੀ, ਖਾਰੇ, ਬੇਸਿਕ। ਤਾਂ ਹੁਣ ਆਪਾਂ ਇਹਨਾਂ ਬਾਰੇ ਡਿਸਕਸ ਕਰਾਂਗੇ। ਤਾਂ ਜਦੋਂ ਸਲਫਰ ਡਾਈਆਕਸਾਈਡ ਨੂੰ ਵਾਟਰ ਦੇ ਵਿੱਚ ਡਿਜ਼ੋਲਵ ਕਰਦੇ ਆ, ਪਾਣੀ ਦੇ ਵਿੱਚ ਘੋਲਦੇ ਆ, ਤਾਂ H2SO3 ਸਲਫਿਊਰਿਕ ਐਸਿਡ ਬਣਾ ਦਿੰਦੇ ਆ। ਐਸਿਡ ਦਾ ਮਤਲਬ ਕੀ ਹੋ ਗਿਆ, ਇਹਦਾ ਨੇਚਰ ਕੀ ਆ, ਐਸਿਡਿਕ। ਬਟ ਇਹਨੂੰ ਵੀ ਆਪਾਂ ਚੈੱਕ ਕਿਵੇਂ ਕਰਾਂਗੇ, ਲਿਟਮਸ ਪੇਪਰ ਦੇ ਨਾਲ। ਤਾਂ ਲਿਟਮਸ ਪੇਪਰ ਦੇ ਵਿੱਚ ਜਿਹੜਾ ਬਲੂ ਲਿਟਮਸ ਪੇਪਰ ਆ ਜਾਂ ਬਲੂ ਲਿਟਮਸ ਸੋਲਿਊਸ਼ਨ ਆ, ਉਹ ਕਾਹਦੇ ਵਿੱਚ ਕਨਵਰਟ ਹੋ ਜਾਊਗਾ, ਰੈੱਡ ਦੇ ਵਿੱਚ। ਅਗਰ ਬਲੂ ਲਿਟਮਸ ਪੇਪਰ ਦਾ ਕਲਰ ਰੈੱਡ ਦੇ ਵਿੱਚ ਚੇਂਜ ਹੋ ਜਾਂਦਾ ਵਾ ਤਾਂ ਆਪਾਂ ਕੀ ਕਵਾਂਗੇ ਕਿ ਜਿਹੜਾ ਆਪਣੇ ਕੋਲ ਸੋਲਿਊਸ਼ਨ ਆ ਉਹ ਕੀ ਆ, ਤੇਜ਼ਾਬੀ ਆ, ਐਸਿਡਿਕ ਆ। ਤਾਂ ਇਹਦਾ ਮਤਲਬ ਕੀ ਆ ਕਿ ਜੋ ਧਾਤਾਂ ਦੇ ਆਕਸਾਈਡ ਹੁੰਦੇ ਆ ਉਹ ਕੀ ਹੁੰਦੇ ਆ, ਤੇਜ਼ਾਬੀ ਹੁੰਦੇ ਆ। ਨੋਨ ਮੈਟਲਸ ਦੇ ਆਕਸਾਈਡ ਕੀ ਹੁੰਦੇ ਆ, ਐਸਿਡਿਕ ਇਨ ਨੇਚਰ ਹੁੰਦੇ ਆ। ਤਾਂ ਆਪਾਂ ਹਜੇ ਤੱਕ ਡਿਸਕਸ ਕੀ ਕੀਤਾ ਵਾ, ਜਸਟ ਫਸਟ ਪੁਆਇੰਟ ਡਿਸਕਸ ਕੀਤਾ ਵਾ ਰਿਐਕਸ਼ਨ ਵਿਦ ਆਕਸੀਜਨ। ਆਕਸੀਜਨ ਦੇ ਨਾਲ ਕਿਰਿਆ ਜਦੋਂ ਮੈਟਲਸ ਜਾਂ ਫਿਰ ਨੋਨ ਮੈਟਲਸ ਕੋਈ ਵੀ ਰਿਐਕਸ਼ਨ ਕਰਦਾ ਹੀ ਆ ਆਕਸੀਜਨ ਦੇ ਨਾਲ ਤਾਂ ਉਹ ਕੀ ਬਣਾ ਦਿੰਦੀ ਆ, ਆਕਸਾਈਡ ਬਣਾ ਦਿੰਦੀ ਆ। ਡਿਫਰੈਂਸ ਕੀ ਆ ਕਿ ਜਿਹੜੀਆਂ ਧਾਤਾਂ ਵਾ ਮੈਟਲਸ ਆ ਉਹਨਾਂ ਦੇ ਆਕਸਾਈਡ ਬੇਸਿਕ ਹੁੰਦੇ ਆ, ਖਾਰੇ ਹੁੰਦੇ ਆ। ਉਹ ਕਿਹੜੇ ਲਿਟਮਸ ਨੂੰ ਕਾਹਦੇ ਵਿੱਚ ਕਨਵਰਟ ਕਰਦੇ ਆ, ਰੈੱਡ ਟੂ ਬਲੂ। ਬਟ ਜਿਹੜੀਆਂ ਨੋਨ ਮੈਟਲਸ ਆ ਧਾਤਾਂ ਵਾ ਉਹ ਆਪੋਜ਼ਿਟ ਆਉਂਦੇ ਤੋਂ, ਇਹਨਾਂ ਦੇ ਜਿਹੜੇ ਆਕਸਾਈਡਸ ਹੁੰਦੇ ਆ ਉਹ ਤੇਜ਼ਾਬੀ ਹੁੰਦੇ ਆ, ਐਸਿਡਿਕ ਹੁੰਦੇ ਆ। ਇਹ ਬਲੂ ਲਿਟਮਸ ਤੋਂ ਕਾਹਦੇ ਵਿੱਚ ਕਨਵਰਟ ਕਰਦੀਆਂ ਵਾ, ਰੈੱਡ ਲਿਟਮਸ ਦੇ ਵਿੱਚ। ਤਾਂ ਫਸਟ ਪੁਆਇੰਟ ਸਾਰਿਆਂ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਆਪਾਂ ਆਕਸੀਜਨ ਦੇ ਨਾਲ ਰਿਐਕਸ਼ਨ ਕੀਤੀ ਆ। ਸੈਕਿੰਡ ਆਪਾਂ ਕੀ ਕਰਨੀ ਆ, ਵਾਟਰ ਦੇ ਨਾਲ ਰਿਐਕਸ਼ਨ ਵਿਦ ਵਾਟਰ ਜਾਂ ਫਿਰ ਪਾਣੀ ਦੇ ਨਾਲ ਪ੍ਰਤੀਕਿਰਿਆ। ਧਾਤਾਂ ਆਪਣੇ ਕੋਲੇ, ਫਿਰ ਆਪਾਂ ਧਾਤਾਂ ਬਾਰੇ ਡਿਸਕਸ ਕਰਦੇ ਹਾਂ ਕਿਹੜੀਆਂ ਕਿਹੜੀਆਂ ਵਾ, ਸੋਡੀਅਮ, ਪੋਟਾਸ਼ੀਅਮ, ਆਇਰਨ, ਲੋਹਾ। ਆਇਰਨ ਆ ਜਿਹੜਾ ਉਹ ਵਾਟਰ ਨਾਲ ਰਿਐਕਟ ਕਰਦਾ ਬਟ ਬਹੁਤ ਸਲੋਲੀ ਰਿਐਕਟ ਕਰਦਾ ਵਾ। ਤਾਂ ਆਇਰਨ ਦੀ ਗੱਲ ਹੋ ਗਈ। ਸੋਡੀਅਮ, ਪੋਟਾਸ਼ੀਅਮ ਆ ਜਿਹੜੀਆਂ ਉਹ ਵਾਟਰ ਦੇ ਨਾਲ ਬਹੁਤ ਤੇਜ਼ੀ ਦੇ ਨਾਲ ਕਿਰਿਆ ਕਰਦੀਆਂ ਵਾ। ਸਭ ਤੋਂ ਮੇਨ ਕੀ ਆ, ਸੋਡੀਅਮ ਪਾਣੀ ਦੇ ਨਾਲ ਇੰਨੀ ਕੁ ਤੇਜ਼ੀ ਨਾਲ ਕਿਰਿਆ ਕਰਦਾ ਵਾ ਕਿ ਅਗਰ ਇਹਦੇ ਉੱਪਰ ਆਪਾਂ ਪਾਣੀ ਪਾਉਂਦੇ ਹਾਂ ਤਾਂ ਉਹਨੂੰ ਅੱਗ ਲੱਗ ਜਾਂਦੀ ਆ। ਵੈਸੇ ਆਪਾਂ ਵੇਖਦੇ ਹਾਂ ਨਾ ਕਿ ਜੇ ਪਾਣੀ ਪਾਉਂਦੇ ਹਾਂ ਤਾਂ ਅੱਗ ਬੁਝ ਜਾਂਦੀ ਆ, ਬਟ ਸੋਡੀਅਮ ਦਾ ਨੇਚਰ ਕੀ ਆ ਕਿ ਅਗਰ ਇਹ ਪਾਣੀ ਦੇ ਨਾਲ ਰਿਐਕਟ ਕਰਦਾ ਵਾ, ਪਾਣੀ ਇਹਦੇ ਉੱਪਰ ਪਾ ਦਿੰਦੇ ਹਾਂ ਜਾਂ ਇਹਨੂੰ ਪਾਣੀ ਦੇ ਵਿੱਚ ਪਾ ਦਿੰਦੇ ਹਾਂ ਤਾਂ ਉਹਨੂੰ ਕੀ ਲੱਗ ਜਾਂਦੀ ਆ, ਅੱਗ ਲੱਗ ਜਾਂਦੀ ਆ। ਤਾਂ ਇਹਦੇ ਕਰਕੇ ਜਿਹੜਾ ਸੋਡੀਅਮ ਦੀ ਮੈਟਲ ਆ ਉਹਨੂੰ ਮਿੱਟੀ ਦੇ ਤੇਲ ਦੇ ਵਿੱਚ ਰੱਖਿਆ ਜਾਂਦਾ ਵਾ, ਕੈਰੋਸਿਨ ਆਇਲ ਦੇ ਵਿੱਚ ਰੱਖਿਆ ਜਾਂਦਾ। ਸੋਡੀਅਮ ਰਿਐਕਟਸ ਵਿਗੋਰਸਲੀ ਵਿਦ O2 ਐਂਡ H2। ਸੋਡੀਅਮ ਆ ਜਿਹੜਾ ਉਹ ਬਹੁਤ ਤੇਜ਼ੀ ਦੇ ਨਾਲ ਆਕਸੀਜਨ ਅਤੇ ਪਾਣੀ ਦੇ ਨਾਲ ਕਿਰਿਆ ਕਰਦਾ ਵਾ, ਜਿਹਦੇ ਕਰਕੇ ਇਹਨੂੰ ਸਿੰਪਲ ਇਨਵਾਇਰਮੈਂਟ ਕੰਡੀਸ਼ਨਸ ਦੇ ਵਿੱਚ ਨਹੀਂ ਰੱਖਿਆ ਜਾਂਦਾ। ਇਹਨੂੰ ਮਿੱਟੀ ਦੇ ਤੇਲ ਦੇ ਵਿੱਚ, ਕੈਰੋਸਿਨ ਆਇਲ ਦੇ ਵਿੱਚ ਡਿਪ ਕਰਕੇ ਰੱਖਿਆ ਜਾਂਦਾ ਵਾ। ਤਾਂ ਤੁਹਾਨੂੰ ਪੁੱਛ ਸਕਦੇ ਆ ਕਿ ਸੋਡੀਅਮ ਕਿਰਿਆਸ਼ੀਲ ਧਾਤ ਆ ਜਾਂ ਫਿਰ ਨਹੀਂ, ਤਾਂ ਆਪਾਂ ਕੀ ਕਹਾਂਗੇ, ਕਿਰਿਆਸ਼ੀਲ ਧਾਤ ਹੈ, ਰਿਐਕਟਿਵ ਮੈਟਲ ਆ। ਇਹਦੇ ਕਰਕੇ ਇਹਨੂੰ ਕਿਹੜੇ ਤੇਲ ਦੇ ਵਿੱਚ ਡਿਪ ਕੀਤਾ ਜਾਂਦਾ ਵਾ, ਕੈਰੋਸਿਨ ਆਇਲ ਦੇ ਵਿੱਚ, ਮਿੱਟੀ ਦੇ ਤੇਲ ਦੇ ਵਿੱਚ ਡਿਪ ਕੀਤਾ ਜਾਂਦਾ। ਨੈਕਸਟ ਕੀ ਆਪਣਾ ਨੋਨ ਮੈਟਲ ਦੀ ਰਿਐਕਸ਼ਨ ਵਾਟਰ ਦੇ ਨਾਲ। ਪਹਿਲਾਂ ਆਪਾਂ ਮੈਟਲ ਦੀ ਰਿਐਕਸ਼ਨ ਕੀਤੀ ਆ। ਮੈਟਲਸ ਆ ਜਿਹੜੀਆਂ, ਸੋਡੀਅਮ ਮੈਟਲ ਦੀ ਐਗਜ਼ਾਮਪਲ ਲਈ ਸੀ, ਉਹ ਵਾਟਰ ਦੇ ਨਾਲ ਬਹੁਤ ਜਲਦੀ ਰਿਐਕਟ ਕਰਦੀ ਆ, ਇਸੇ ਕਰਕੇ ਉਹਨੂੰ ਕੈਰੋਸਿਨ ਆਇਲ ਦੇ ਵਿੱਚ ਡਿਪ ਕੀਤਾ ਜਾਂਦਾ ਵਾ। ਬਟ ਨੋਨ ਮੈਟਲਸ ਆ ਜਿਹੜੀਆਂ ਉਹ ਬਿਲਕੁਲ ਓਪੋਜ਼ਿਟ ਆ ਮੈਟਲਸ ਦੇ ਨਾਲੋਂ। ਉਹ ਰਿਐਕਟ ਕਰਦੀਆਂ ਸੀ ਬਟ ਇਹ ਰਿਐਕਸ਼ਨ ਨਹੀਂ ਕਰਦੀਆਂ, ਵਾਟਰ ਦੇ ਨਾਲ ਇਹ ਰਿਐਕਟਿਵ
नहीं हुंदियां। धातां पानी नाल प्रतिक्रिया नहीं करदियां। नॉन मैटल्स डोंट रिएक्ट विद वाटर। ਜਿਹੜੀਆਂ नॉन मैटल्स ਹੁੰਦੀਆਂ ਵਾ धातां ਹੁੰਦੀਆਂ ਉਹ पानी ਦੇ ਨਾਲ ਕਿਰਿਆ नहीं ਕਰਦੀਆਂ। ਇਸੇ ਕਰਕੇ ਜਿਹੜੀਆਂ ਧਾਤਾਂ ਹੁੰਦੀਆਂ ਉਹਨਾਂ ਨੂੰ ਪਾਣੀ ਦੇ ਵਿੱਚ ਡਿਪ ਕਰਕੇ ਰੱਖਿਆ ਜਾਂਦਾ ਵਾ। ਜਿਹੜੀਆਂ ਨੌਨ ਮੈਟਲਸ ਆ, ਨੌਨ ਮੈਟਲਸ ਨੂੰ ਕਾਹਦੇ ਵਿੱਚ ਡਿਪ ਕਰਕੇ ਰੱਖਦੇ ਆ ਆਪਾਂ? ਵਾਟਰ ਦੇ ਵਿੱਚ ਡਿਪ ਕਰਕੇ ਰੱਖਦੇ ਆ। ਫੋਰ ਐਗਜ਼ਾਮਪਲ ਫੋਸਫੋਰਸ ਆ ਜਿਹੜੀ ਉਹ ਬਹੁਤ ਜ਼ਿਆਦਾ ਰਿਐਕਟਿਵ ਮੈਟਲ ਆ, ਨੌਨ ਮੈਟਲ ਆ। ਫੋਸਫੋਰਸ ਬਹੁਤ ਜ਼ਿਆਦਾ ਰਿਐਕਟਿਵ ਧਾਤ ਆ, ਨੌਨ ਮੈਟਲ ਆ। ਅਗਰ ਇਹਨੂੰ ਏਅਰ ਦੇ ਵਿੱਚ ਰੱਖਿਆ ਜਾਂਦਾ, ਇਹ ਏਅਰ ਦੇ ਨਾਲ ਜਲਦੀ ਰਿਐਕਟ ਕਰ ਜਾਂਦੀ ਆ ਤਾਂ ਫਿਰ ਇਹਨੂੰ ਅੱਗ ਲੱਗ ਜਾਂਦੀ ਆ। ਸੋਡੀਅਮ ਨੂੰ ਪਾਣੀ ਦੇ ਵਿੱਚ ਰੱਖਣ 'ਤੇ ਅੱਗ ਲੱਗਦੀ ਸੀ, ਇਹਨੂੰ ਏਅਰ ਦੇ ਵਿੱਚ ਜੇ ਆਪਾਂ ਰੱਖਦੇ ਹਾਂ ਤਾਂ ਇਹਨੂੰ ਅੱਗ ਲੱਗ ਜਾਂਦੀ ਆ। ਇਹਦੇ ਕਰਕੇ ਇਹਨੂੰ ਕਾਹਦੇ ਵਿੱਚ ਰੱਖਦੇ ਆ? ਪਾਣੀ ਦੇ ਵਿੱਚ ਰੱਖਦੇ ਆ। ਦੁਬਾਰਾ ਤੋਂ ਇੱਕ ਵਾਰ ਡਿਸਕਸ ਕਰਦੇ ਆ। ਮੈਟਲਸ ਅਤੇ ਨੌਨ ਮੈਟਲ ਸੀ, ਵਾਟਰ ਦੇ ਨਾਲ ਰਿਐਕਸ਼ਨ। ਜੋ ਮੈਟਲ ਸੋਡੀਅਮ ਦੀ ਆਪਾਂ ਐਗਜ਼ਾਮਪਲ ਲਈ ਸੀ ਕਿ ਉਹ ਵਾਟਰ ਦੇ ਨਾਲ ਬਹੁਤ ਜਲਦੀ ਰਿਐਕਟ ਕਰ ਜਾਂਦੀ ਆ, ਇਹਦੇ ਕਰਕੇ ਉਹਨੂੰ ਵਾਟਰ ਤੋਂ ਦੂਰ ਰੱਖਿਆ ਜਾਂਦਾ ਵਾ। ਬਟ ਜਿਹੜੀਆਂ ਨੌਨ ਮੈਟਲਸ ਆ ਉਹ ਵਾਟਰ ਦੇ ਨਾਲ ਰਿਐਕਟ ਨਹੀਂ ਕਰਦੀਆਂ, ਇਸੇ ਕਰਕੇ ਨੌਨ ਮੈਟਲਸ ਨੂੰ ਵਾਟਰ ਦੇ ਵਿੱਚ ਰੱਖਿਆ ਜਾਂਦਾ ਵਾ। ਫੋਸਫੋਰਸ ਨੂੰ ਵਾਟਰ ਦੇ ਵਿੱਚ ਰੱਖਿਆ ਜਾਂਦਾ ਵਾ। ਨੈਕਸਟ ਥਰਡ ਪੁਆਇੰਟ ਆ ਰਿਐਕਸ਼ਨ ਵਿਦ ਐਸਿਡਸ, ਤੇਜ਼ਾਬਾਂ ਦੇ ਨਾਲ ਪ੍ਰਤੀਕਿਰਿਆ। ਮੈਟਲਸ ਅਤੇ ਨੌਨ ਮੈਟਲਸ ਉਹ ਐਸਿਡਸ ਦੇ ਨਾਲ ਕਿੱਦਾਂ ਰਿਐਕਟ ਕਰਦੀਆਂ? ਫਸਟ ਆਪਾਂ ਜਨਰਲ ਲੈਂਦੇ ਹਾਂ। ਨੌਨ ਮੈਟਲਸ ਆ, ਨੌਨ ਮੈਟਲਸ ਆ ਜਿਹੜੀਆਂ ਉਹ ਐਸਿਡਸ ਦੇ ਨਾਲ, ਤੇਜ਼ਾਬਾਂ ਦੇ ਨਾਲ ਰਿਐਕਸ਼ਨ ਨਹੀਂ ਕਰਦੀਆਂ। ਜੇ ਕਰਨ ਵੀ ਤਾਂ ਬਹੁਤ ਸਲੋਲੀ ਕਰਦੀਆਂ, ਜਾਂ ਐਕਸੈਪਸ਼ਨਲ ਕੇਸਿਸ ਆ ਜਿਹੜੀਆਂ ਐਸਿਡਸ ਦੇ ਨਾਲ ਰਿਐਕਟ ਕਰਦੀਆਂ। ਜਨਰਲ ਜੇ ਆਪਾਂ ਕੰਸੈਪਟ ਕਰਦੇ ਹਾਂ ਤਾਂ ਆਪਾਂ ਕੀ ਕਵਾਂਗੇ ਕਿ ਜਿਹੜੀਆਂ ਨੌਨ ਮੈਟਲਸ ਹੁੰਦੀਆਂ ਵਾ, ਧਾਤਾਂ ਹੁੰਦੀਆਂ ਵਾ, ਉਹ ਐਸਿਡ ਦੇ ਨਾਲ ਰਿਐਕਸ਼ਨ ਨਹੀਂ ਦਿੰਦੀਆਂ। ਤਾਂ ਆਪਾਂ ਨੌਨ ਮੈਟਲਸ ਵਾਲੇ ਪੜ੍ਹਿਆ ਵਾ। ਹੁਣ ਆਪਾਂ ਹੋਰ ਕਾਹਦੇ ਬਾਰੇ ਪੜ੍ਹਦੇ ਹਾਂ? ਧਾਤਾਂ ਦੇ ਬਾਰੇ। ਤਾਂ ਮੈਟਲਸ ਆ ਜਿਹੜੀਆਂ ਉਹ ਐਸਿਡ ਦੇ ਨਾਲ ਰਿਐਕਸ਼ਨ ਕਰਨਗੀਆਂ, ਅਤੇ ਜਦੋਂ ਰਿਐਕਸ਼ਨਸ ਕਰਨਗੀਆਂ ਕਿਹੜੀ ਗੈਸ ਇਵੋਲਵ ਹੋਵੇਗੀ? ਹਾਈਡਰੋਜਨ ਗੈਸ ਬਾਹਰ ਨਿਕਲੇਗੀ। ਤਾਂ ਧਾਤਾਂ ਤੇਜ਼ਾਬਾਂ ਨਾਲ ਪ੍ਰਤੀਕਿਰਿਆ ਕਰਦੀਆਂ ਹਨ ਅਤੇ ਹਾਈਡਰੋਜਨ ਗੈਸ ਪੈਦਾ ਕਰਦੀਆਂ ਹਨ। ਤਾਂ ਜਿਹੜੀਆਂ ਮੈਟਲਸ ਆ ਉਹ ਐਸਿਡਸ ਦੇ ਨਾਲ ਰਿਐਕਟ ਕਰਨਗੀਆਂ ਅਤੇ ਗੈਸ ਕਿਹੜੀ ਪ੍ਰੋਡਿਊਸ ਕਰਨਗੀਆਂ? ਹਾਈਡਰੋਜਨ ਗੈਸ। ਤਾਂ ਰਿਐਕਸ਼ਨ ਵਿਦ ਐਸਿਡ ਆਪਾਂ ਕੀਤਾ ਵਾ, ਤੇਜ਼ਾਬਾਂ ਦੇ ਨਾਲ ਪ੍ਰਤੀਕਿਰਿਆ। ਅਤੇ ਮੈਟਲਸ ਆ ਜਿਹੜੀਆਂ ਉਹ ਰਿਐਕਟ ਕਰਦੀਆਂ ਵਾ, ਬਟ ਨੌਨ ਮੈਟਲਸ ਆ ਉਹ ਐਸਿਡਸ ਦੇ ਨਾਲ ਰਿਐਕਟ ਨਹੀਂ ਕਰਦੀਆਂ। ਨੈਕਸਟ ਰਿਐਕਸ਼ਨ ਵਿਦ ਬੇਸਿਸ, ਖਾਰਾਂ ਦੇ ਨਾਲ ਪ੍ਰਤੀਕਿਰਿਆ। ਆਪਾਂ ਆਕਸੀਜਨ, ਵਾਟਰ ਐਂਡ ਐਸਿਡ ਦੇ ਨਾਲ ਰਿਐਕਸ਼ਨ ਕਰ ਲਈ ਆ। ਤਾਂ ਫੋਰਥ ਪੁਆਇੰਟ ਕੀ ਆ? ਰਿਐਕਸ਼ਨ ਵਿਦ ਬੇਸਿਸ, ਖਾਰਾਂ ਦੇ ਨਾਲ ਪ੍ਰਤੀਕਿਰਿਆ। ਤਾਂ ਜਿਹੜੀਆਂ ਨੌਨ ਮੈਟਲਸ ਆ, ਧਾਤਾਂ ਵਾ, ਉਹ ਬੇਸਿਸ ਦੇ ਨਾਲ ਰਿਐਕਸ਼ਨ ਕਰਦੀਆਂ ਵਾ, ਬਟ ਇਹਨਾਂ ਦੀ ਜਿਹੜੀ ਰਿਐਕਸ਼ਨ ਆ ਉਹ ਬਹੁਤ ਕੰਪਲੈਕਸ ਹੁੰਦੀ ਆ, ਗੁੰਝਲਦਾਰ ਹੁੰਦੀ ਆ। ਧਾਤਾਂ, ਨੌਨ ਮੈਟਲਸ ਖਾਰਾਂ ਦੇ ਨਾਲ ਕੰਪਲੈਕਸ ਰਿਐਕਸ਼ਨਸ ਕਰਦੀਆਂ ਵਾ, ਗੁੰਝਲਦਾਰ ਕਿਰਿਆਵਾਂ ਕਰਦੀਆਂ ਵਾ। ਹੁਣ ਆਪਾਂ ਕਾਹਦੇ ਬਾਰੇ ਪੜ੍ਹਨਾ ਵਾ? ਮੈਟਲਸ ਬਾਰੇ, ਧਾਤਾਂ ਦੇ ਬਾਰੇ। ਤਾਂ ਧਾਤਾਂ ਫੋਰ ਐਗਜ਼ਾਮਪਲ ਸੋਡੀਅਮ ਹਾਈਡਰੋਕਸਾਈਡ ਧਾਤ ਆ, NaOH ਜੋ ਹੈ ਉਹ ਬੇਸ ਆ, ਖਾਰ ਆ। ਜਦੋਂ ਜਿਹੜੀਆਂ ਧਾਤਾਂ ਵਾ ਉਹ ਸੋਡੀਅਮ ਹਾਈਡਰੋਕਸਾਈਡ ਨਾਲ ਕਿਰਿਆ ਕਰਦੀਆਂ ਵਾ ਤਾਂ ਹਾਈਡਰੋਜਨ ਗੈਸ ਪੈਦਾ ਕਰਦੀਆਂ। ਤਾਂ ਕਿਹੜੀ ਗੈਸ ਇਵੋਲਵ ਹੁੰਦੀ ਆ? ਹਾਈਡਰੋਜਨ। ਜਿਹੜੀਆਂ ਮੈਟਲਸ ਆ ਐਸਿਡਸ ਦੇ ਨਾਲ ਰਿਐਕਟ ਕਰਕੇ ਵੀ ਹਾਈਡਰੋਜਨ ਗੈਸ ਦੇ ਰਹੀਆਂ ਸੀ। ਨੌਨ ਮੈਟਲਸ ਬੇਸਿਸ ਦੇ ਨਾਲ ਰਿਐਕਟ ਕਰਕੇ ਵੀ ਕਿਹੜੀ ਗੈਸ ਦੇ ਰਹੀਆਂ ਵਾ? ਹਾਈਡਰੋਜਨ। ਤਾਂ ਆਪਾਂ ਕੀ ਕਵਾਂਗੇ? ਮੈਟਲਸ ਐਸਿਡ ਅਤੇ ਬੇਸ ਦੇ ਨਾਲ ਰਿਐਕਸ਼ਨ ਕਰਕੇ ਹਾਈਡਰੋਜਨ ਗੈਸ ਇਵੋਲਵ ਕਰਦੀਆਂ ਵਾ। ਨੌਨ ਮੈਟਲ ਐਸਿਡ ਦੇ ਨਾਲ ਰਿਐਕਟ ਨਹੀਂ ਕਰਦੀਆਂ, ਬਟ ਜਦੋਂ ਬੇਸ ਦੇ ਨਾਲ ਰਿਐਕਟ ਕਰਦੀਆਂ ਵਾ ਤਾਂ ਇਹਨਾਂ ਦੀ ਰਿਐਕਸ਼ਨ ਕੀ ਹੁੰਦੀ ਆ? ਕੰਪਲੈਕਸ ਹੁੰਦੀ ਆ, ਗੁੰਝਲਦਾਰ ਹੁੰਦੀ ਆ। ਨੈਕਸਟ ਫਿਫਥ ਪੁਆਇੰਟ ਡਿਸਪਲੇਸਮੈਂਟ ਰਿਐਕਸ਼ਨ, ਵਿਸਥਾਪਨ ਕਿਰਿਆਵਾਂ। ਇਹਨਾਂ ਕਿਰਿਆਵਾਂ ਦੇ ਵਿੱਚ ਕੀ ਹੁੰਦਾ ਵਾ ਕਿ ਜਿਹੜੀ ਵੱਧ ਕਿਰਿਆਸ਼ੀਲ ਧਾਤ ਆ, ਮੋਰ ਰਿਐਕਟਿਵ ਮੈਟਲ ਆ, ਉਹ ਡਿਸਪਲੇਸ ਕਰ ਦਿੰਦੀ ਆ, ਵਿਸਥਾਪਿਤ ਕਰ ਦਿੰਦੀ ਆ ਲੈਸ ਰਿਐਕਟਿਵ ਮੈਟਲ। ਜਿਵੇਂ ਆਪਾਂ ਕਹਿ ਦਈਏ ਕਿ ਦੋ ਪਰਸਨ ਆ, ਜੇ ਉਹਨਾਂ ਨੇ ਸੀਟ ਐਕਸਚੇਂਜ ਕਰਨੀ ਆ, ਇੱਕ ਖੜਾ ਵਾ ਇੱਕ ਬੈਠਾ ਵਾ,
ਤਾਂ ਕਿਹੜਾ ਡਿਸਪਲੇਸ ਕਰ ਸਕਦਾ, ਜਿਹੜਾ ਜ਼ਿਆਦਾ ਸਟਰੋਂਗ ਆਪਾਂ ਕਹਾਂਗੇ ਜ਼ਿਆਦਾ ਤਾਕਤਵਰ ਆ ਉਹੀ ਦੂਸਰੇ ਨੂੰ ਡਿਸਪਲੇਸ ਕਰ ਸਕਦਾ ਨਾ, ਉਹਨੂੰ ਉਠਾ ਸਕਦਾ ਨਾ। ਸਿਮਿਲਰਲੀ ਜਿਹੜੀ ਮੈਟਲ ਜ਼ਿਆਦਾ ਕਿਰਿਆਸ਼ੀਲ ਹੋਵੇਗੀ, ਜ਼ਿਆਦਾ ਰਿਐਕਟਿਵ ਹੋਵੇਗੀ, ਉਹ ਲੈਸ ਰਿਐਕਟਿਵ ਮੈਟਲ ਨੂੰ ਡਿਸਪਲੇਸ ਕਰ ਦਿੰਦੀ ਆ। ਤਾਂ ਵਧੇਰੇ ਕਿਰਿਆਸ਼ੀਲ ਧਾਤ ਘੱਟ ਕਿਰਿਆਸ਼ੀਲ ਧਾਤ ਨੂੰ ਵਿਸਥਾਪਿਤ ਕਰ ਸਕਦੀ ਹੈ। ਇਸ ਤਰ੍ਹਾਂ ਦੀ ਕਿਰਿਆ ਨੂੰ ਵਿਸਥਾਪਨ ਕਿਰਿਆ ਕਹਿੰਦੇ ਹਨ। ਉਹ ਰਿਐਕਸ਼ਨ ਜਿਹਦੇ ਵਿੱਚ ਮੋਰ ਰਿਐਕਟਿਵ ਮੈਟਲ ਆ ਜਿਹੜੀ ਉਹ ਲੈਸ ਰਿਐਕਟਿਵ ਮੈਟਲ ਨੂੰ ਡਿਸਪਲੇਸ ਕਰ ਦੇਵੇ, ਉਹਨੂੰ ਆਪਾਂ ਕੀ ਕਹਿ ਦਿੰਦੇ ਆ, ਡਿਸਪਲੇਸਮੈਂਟ ਰਿਐਕਸ਼ਨ, ਵਿਸਥਾਪਨ ਕਿਰਿਆ। ਫੋਰ ਐਗਜ਼ਾਮਪਲ ਅਗਰ ਆਪਾਂ ਕਾਪਰ ਸਲਫੇਟ ਦਾ ਸੋਲਿਊਸ਼ਨ ਲੈਂਦੇ ਹਾਂ, ਉਹਦਾ ਕਲਰ ਨੀਲਾ ਹੁੰਦਾ ਵਾ, ਬਲੂ ਕਲਰ ਦਾ ਹੁੰਦਾ ਵਾ। ਅਗਰ ਉਹਦੇ ਵਿੱਚ ਆਪਾਂ ਜ਼ਿੰਕ ਮੈਟਲ ਪਾ ਦਿੰਦੇ ਹਾਂ ਤਾਂ ਜਿਹੜਾ ਉਹਦਾ ਬਲੂ ਕਲਰ ਆ ਉਹ ਕਲਰਲੈਸ ਦੇ ਵਿੱਚ ਚੇਂਜ ਹੋ ਜਾਂਦਾ ਵਾ। ਜ਼ਿੰਕ ਸਲਫੇਟ ਜਿਹੜਾ ਬਣਦਾ ਉਹਦਾ ਕਲਰ ਕੀ ਹੋ ਜਾਂਦਾ, ਰੰਗਹੀਨ, ਕੋਈ ਕਲਰ ਨਹੀਂ ਹੁੰਦਾ, ਕਲਰਲੈਸ ਹੋ ਜਾਂਦਾ। ਨਾਲ ਦੀ ਨਾਲ ਰੈਡਿਸ਼ ਕਲਰ ਆਪਣੇ ਕੋਲ ਆ ਜਾਂਦਾ ਕਾਪਰ ਦੇ। ਤਾਂ ਇਹਦੇ ਵਿੱਚ ਕੀ ਸੀ, ਜ਼ਿੰਕ ਮੈਟਲ ਇਕੱਲੀ ਪਈ ਆ, ਸੋਲਿਊਸ਼ਨ ਕਾਹਦਾ ਵਾ, ਕਾਪਰ ਸਲਫੇਟ ਦਾ। ਹੁਣ ਇੱਥੇ ਜ਼ਿੰਕ ਧਾਤ ਆ ਜਿਹੜੀ ਮੈਟਲ ਆ ਉਹ ਕਾਪਰ ਦੇ ਨਾਲੋਂ ਜ਼ਿਆਦਾ ਰਿਐਕਟਿਵ ਆ। ਇਹਦੇ ਕਰਕੇ ਜਿਹੜੀ ਜ਼ਿੰਕ ਆ ਉਹਨੇ ਕਾਪਰ ਨੂੰ ਇੱਥੋਂ ਡਿਸਪਲੇਸ ਕਰਤਾ, ਕਾਪਰ ਦੀ ਜਗ੍ਹਾ 'ਤੇ ਆਪ ਲੱਗੀ ਜ਼ਿੰਕ, ਕਾਪਰ ਕੀ ਆ ਇੱਧਰ ਆ ਗਿਆ। ਤਾਂ ਇਹ ਕਿਹੜੀ ਰਿਐਕਸ਼ਨ ਆ, ਡਿਸਪਲੇਸਮੈਂਟ ਰਿਐਕਸ਼ਨ, ਵਿਸਥਾਪਨ ਕਿਰਿਆ। ਤਾਂ ਅੱਜ ਆਪਾਂ ਕੀ ਡਿਸਕਸ ਕੀਤਾ ਵਾ, 5 ਟਾਈਪਸ ਦੀਆਂ ਰਿਐਕਸ਼ਨਸ ਕੀਤੀਆਂ, ਕੈਮੀਕਲ ਰਿਐਕਸ਼ਨਸ ਕੀਤੀਆਂ ਵਾ। ਫਸਟ ਰਿਐਕਸ਼ਨ ਵਿਦ ਆਕਸੀਜਨ, ਆਕਸੀਜਨ ਦੇ ਨਾਲ ਕਿਰਿਆ ਕੀਤੀ ਆ, ਮੈਟਲਸ ਤੇ ਨੋਨ ਮੈਟਲ ਸੀ। ਸੈਕਿੰਡ ਵਾਟਰ ਦੇ ਨਾਲ ਕੀਤੀ ਆ। ਥਰਡ ਐਸਿਡ ਨਾਲ ਕੀਤੀ ਆ, ਬੇਸ ਨਾਲ ਕੀਤੀ ਆ, ਐਂਡ ਡਿਸਪਲੇਸਮੈਂਟ ਰਿਐਕਸ਼ਨਸ ਕੀਤੀਆਂ ਵਾ। ਪਹਿਲਾਂ ਆਪਾਂ ਆਕਸੀਜਨ ਦੇ ਨਾਲ ਕਿੱਦਾਂ ਗੱਲ ਕੀਤੀ ਆ ਕਿ ਜਦੋਂ ਆਕਸੀਜਨ ਨਾਲ ਜਾਂ ਮੈਟਲ ਜਾਂ ਫਿਰ ਨੋਨ ਮੈਟਲ ਰਿਐਕਸ਼ਨ ਕਰਦੀਆਂ ਤਾਂ ਉਹ ਆਕਸਾਈਡ ਬਣਾ ਦਿੰਦੀਆਂ ਵਾ। ਜਿਹੜੇ ਮੈਟਲਸ ਦੇ ਆਕਸਾਈਡ ਹੁੰਦੇ ਆ ਉਹ ਬੇਸਿਕ ਇਨ ਨੇਚਰ ਹੁੰਦੇ ਆ, ਐਂਡ ਨੋਨ ਮੈਟਲਸ ਦੇ ਆਕਸਾਈਡ ਕੀ ਹੁੰਦੇ ਆ, ਐਸਿਡਿਕ ਇਨ ਨੇਚਰ ਹੁੰਦੇ ਆ। ਉਸ ਤੋਂ ਬਾਅਦ ਆਪਾਂ ਵਾਟਰ ਦੇ ਨਾਲ ਰਿਐਕਸ਼ਨ ਕੀਤੀ ਸੀ, ਪਾਣੀ ਦੇ ਨਾਲ ਕਿਰਿਆਵਾਂ। ਤਾਂ ਸੋਡੀਅਮ ਦੀ ਐਗਜ਼ਾਮਪਲ ਮੇਨ ਲਈ ਸੀ ਮੈਟਲਸ ਦੇ ਵਿੱਚ। ਤਾਂ ਸੋਡੀਅਮ ਆ ਵਾਟਰ ਨਾਲ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਰਿਐਕਸ਼ਨ ਕਰਦੀ ਆ, ਜਿਹਦੇ ਕਰਕੇ ਸੋਡੀਅਮ ਨੂੰ ਕੈਰੋਸੀਨ ਦੇ ਵਿੱਚ, ਮਿੱਟੀ ਦੇ ਤੇਲ ਦੇ ਵਿੱਚ ਡਿਪ ਕਰਕੇ ਰੱਖਿਆ ਜਾਂਦਾ। ਨੋਨ ਮੈਟਲਸ ਬਾਰੇ ਆਪਾਂ ਕੀ ਕਿਹਾ ਸੀ ਕਿ ਨੋਨ ਮੈਟਲਸ ਆ ਜਿਹੜੀਆਂ ਉਹ ਵਾਟਰ ਦੇ ਨਾਲ ਰਿਐਕਟ ਨਹੀਂ ਕਰਦੀਆਂ, ਇਹਦੇ ਕਰਕੇ ਨੋਨ ਮੈਟਲਸ ਨੂੰ ਵਾਟਰ ਦੇ ਵਿੱਚ ਰੱਖਿਆ ਜਾਂਦਾ। ਫਾਸਫੋਰਸ ਨੂੰ ਮੇਨਲੀ ਵਾਟਰ ਦੇ ਵਿੱਚ ਰੱਖਿਆ ਜਾਂਦਾ। ਥਰਡ ਆਪਾਂ ਐਸਿਡਸ ਦੇ ਨਾਲ ਰਿਐਕਸ਼ਨ ਕੀਤੀ ਸੀ। ਐਸਿਡਸ ਦੇ ਨਾਲ ਜਿਹੜੀਆਂ ਮੈਟਲਸ ਆ ਉਹ ਰਿਐਕਟ ਕਰਦੀਆਂ ਵਾ ਤਾਂ ਹਾਈਡਰੋਜਨ ਗੈਸ ਦਿੰਦੀਆਂ ਵਾ, ਬਟ ਨੋਨ ਮੈਟਲਸ ਆ ਉਹ ਐਸਿਡਸ ਦੇ ਨਾਲ ਰਿਐਕਟ ਨਹੀਂ ਕਰਦੀਆਂ। ਬੇਸਿਸ ਦੇ ਨਾਲ ਰਿਐਕਸ਼ਨ, ਬੇਸਿਸ ਦੇ ਨਾਲ ਰਿਐਕਸ਼ਨ ਕੀਤੀ ਸੀ ਤਾਂ ਨੋਨ ਮੈਟਲਸ ਆ ਜਿਹੜੀਆਂ ਉਹ ਕੰਪਲੈਕਸ ਰਿਐਕਸ਼ਨਸ ਦਿੰਦੀਆਂ ਵਾ, ਬਟ ਜੋ ਮੈਟਲਸ ਆ ਉਹ ਹਾਈਡਰੋਜਨ ਗੈਸ ਇਵੋਲਵ ਕਰਦੀਆਂ ਵਾ। ਉਸ ਤੋਂ ਬਾਅਦ ਡਿਸਪਲੇਸਮੈਂਟ ਰਿਐਕਸ਼ਨ ਕੀਤੀ ਸੀ। ਡਿਸਪਲੇਸਮੈਂਟ ਰਿਐਕਸ਼ਨ ਦੇ ਵਿੱਚ ਜੋ ਜ਼ਿਆਦਾ ਰਿਐਕਟਿਵ ਮੈਟਲ ਹੋਵੇਗੀ ਉਹ ਲੈਸ ਰਿਐਕਟਿਵ ਮੈਟਲ ਨੂੰ ਡਿਸਪਲੇਸ ਕਰ ਦੇਵੇ।